Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਦਿੱਲੀ ਦੇ ਇੱਕ ਇਲਾਕੇ ਦੇ ਵਿੱਚ ਮੈਂ ਇੱਕ ਪਰਿਵਾਰ ਦੇ ਕੋਲ ਪਹੁੰਚਿਆ ਹੋਇਆ, ਜਿਹੜੇ ਕਿ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਤੋਂ ਉਜੜ ਕੇ ਇੱਥੇ ਦਿੱਲੀ ਦੇ ਵਿੱਚ ਆਏ ਹੋਏ ਆ। ਇਹਨਾਂ ਦੇ ਉਜੜਨ ਦਾ ਕਾਰਨ ਇਹ ਹੋਇਆ ਕਿ 1 ਸਾਲ ਪਹਿਲਾਂ 25 ਮਾਰਚ 2020 ਨੂੰ ਜਿਹੜਾ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਇੱਕ ਕਹਿਰੀ ਹਮਲਾ ਹੋਇਆ, ਜਿਸ ਦੇ ਵਿੱਚ 25 ਸਿੱਖਾਂ ਦੀ ਸ਼ਹਾਦਤ ਹੋਈ। ਕਾਬਲ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਦੀ ਇਹ ਘਟਨਾ ਵਾ। ਅਤੇ ਉੱਥੋਂ ਜਿਹੜੇ ਸਿੱਖ ਜਿਹੜੇ ਹੋਰਨਾਂ ਇਲਾਕਿਆਂ 'ਚ ਵੀ ਵਸਦੇ ਸਨ, ਚਾਹੇ ਗਜ਼ਨੀ, ਜਲਾਲਾਬਾਦ ਜਾਂ ਕੰਧਾਰ ਸ਼ਹਿਰ ਦੇ ਵੀ ਸਨ, ਉਹ ਜਿਹੜੇ ਆ ਉੱਥੋਂ ਕਿਨਾਰਾ ਕਰਕੇ ਅਤੇ ਇੱਥੇ ਸਿੱਖਾਂ ਦੀ ਮਦਦ ਦੇ ਨਾਲ ਦਿੱਲੀ 'ਚ ਆ ਗਏ। ਅਤੇ ਇੱਥੇ ਦਿੱਲੀ ਵਿੱਚ ਆ ਕੇ ਉਹਨਾਂ ਦਾ ਜੀਵਨ ਕਿਵੇਂ ਦਾ ਬਸਰ ਹੋ ਰਿਹਾ, ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਮੈਂ ਇਸ ਪਰਿਵਾਰ ਦੇ ਨਾਲ ਗੱਲਬਾਤ ਸ਼ੁਰੂ ਕਰਨ ਜਾ ਰਿਹਾ। ਤੁਹਾਡਾ ਨਾਮ ਜੀ? ਬਲਜੀਤ ਕੌਰ। ਤੇ ਕਦੋਂ ਤੋਂ ਇੱਥੇ ਆਏ ਹੋ ਦਿੱਲੀ ਦੇ ਵਿੱਚ? 6.5 ਮਹੀਨੇ ਹੋ ਗਏ ਜੋ ਅਸੀਂ इधर आए हैं। ਜ਼ਿੰਦਗੀ ਕਿਵੇਂ ਦੀ ਚੱਲ ਰਹੀ ਹੈ? अच्छी है इधर, ठीक है। उधर को इधर जिंदगी ठीक है साड़ी। ਉੱਥੇ ਕੀ ਪਰੇਸ਼ਾਨੀਆਂ ਸਨ? उधर परेशानी ज़्यादा सी, इधर कुछ नहीं है, इधर ठीक चल रहे हैं। ਤੇ ਰੋਟੀ ਰੋਜ਼ੀ ਲਈ ਕਿਵੇਂ ਘਰ ਦਾ ਗੁਜ਼ਾਰਾ ਉਹ ਕਿਵੇਂ ਹੁਣ ਗੱਲ ਕਿਵੇਂ ਚੱਲ ਰਹੀ ਹੈ? साड़ी मदद पे कर देने अजुन तक असी ठीक चलता पिया साड़ा। ਮਦਦ ਕੌਣ ਕਰ ਰਿਹਾ? दलीप सिंह जी सेठी ਜੀ जो साड़ी मदद करते ने, ਹਮ, मंजीत दीदी है जो साड़ी मदद कर दी है। ਜੀ हाँ जी। ਉਹ ਬੀਬੀ ਜੀ ਕੌਣ ਨੇ? ਮਨਜੀਤ ਕੌਰ ਕਿਸੇ ਸੰਸਥਾ ਨਾਲ ਨੇ ਜਾਂ ਨਿੱਜੀ ਤੌਰ ਤੇ ਕਰ ਰਹੇ? 96 ਯੂਨਾਈਟਿਡ ਸਿੱਖਸ। हाँ यूनाइटेड सिक्स। ਤੇ ਉਹਨਾਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਤੁਹਾਨੂੰ? ਜੋ ਸੇਵਾਵਾਂ ਸਾਡੀਆਂ ਆਉਂਦੀਆਂ ਨੇ ਮਨਜੀਤ ਦੀਦੀ ਪੂਰੀ ਕਰ ਦਿੰਦੀ ਹੈ। ਅੱਛਾ। ਹਾਂਜੀ ਤੇ ਇਹ ਤੁਹਾਡੀ ਬੱਚੀ ਦਾ ਜਨਮ ਇੱਥੇ ਆ ਕੇ ਹੋਇਆ? ਹਾਂਜੀ। ਕੀ ਨਾਮ ਕੀ ਰੱਖਿਆ ਉਹਨਾਂ ਦਾ? ਜਸਕਿਰਨ ਕੌਰ। ਤੇ ਘਰ ਦੇ ਵਿੱਚ ਹੋਰ ਕੌਣ ਕੌਣ ਆ? ਮੇਰਾ ਪਤੀ ਹੈ ਔਰ 3 ਬੱਚੇ, 4 ਬੱਚੇ ਨੇ। ਠੀਕ ਹੈ। ਤੇ ਪਤੀ ਹੁਣੀ ਕਿਦਾਂ, ਕੋਈ ਆਪਣੀ ਦੁਕਾਨ ਖੋਲੀ ਆ ਜਾਂ ਕਿਤੇ ਹੋਰ ਕੰਮ ਕਰਦੇ? नहीं अभी तक तो कोई काम नहीं कर दी सी, अभी अपनी दुकान खोली है, अपना काम शुरू किया है। ਠੀਕ ਹੈ। मेरा नाम तजिंदर कौर। ਤੇ ਤੁਸੀਂ ਵੀ ਫਿਰ ਇਹਨਾਂ ਦੇ ਨਾਲ ਹੀ ਆਏ ਹੋ? हाँ जी, हम भी सारिਆਂ ਦੇ ਨਾਲ ਆਏ ਸੀ। यहाँ पर ਜਿਹੜੀ ਸੰਗਤ ਅਫਗਾਨਿਸਤਾਨ ਤੋਂ ਆਈ ਹੈ, ਅਸੀਂ ਵੀ ਉਹਨਾਂ ਦੇ ਨਾਲ ਆਏ ਹਾਂ। ਇੱਥੇ ਆ ਕੇ ਪਹਿਲਾਂ ਨਾਲੋਂ ਕੀ ਫਰਕ ਲੱਗਾ? ਇੱਥੇ ਆ ਕੇ ਅਸੀਂ ਨੂੰ ਸਿਰਫ ਮਹਿਸੂਸ ਕਰਨੇ ਆ, ਬਾਹਰ ਜਾਣੇ ਨਾਲ ਸਾਨੂੰ ਕੋਈ प्रॉब्लम नहीं है। हमारे बच्चे पढ़ रहे हैं, ट्यूशन वगैरह स्कूल जा रहे हैं। गुरुद्वारे जाना हमारे लिए, यहाँ पर हम अपने बच्चों को, अपने हस्बैंड को सिर्फ महसूस कर रहे हैं। वो बाहर जाए हमें कोई टेंशन नहीं होती कि वो किधर गए किधर नहीं गए। ਪਹਿਲਾਂ ਕੀ ਲੱਗਦਾ ਸੀ ਪਤੀ ਤੁਹਾਡੇ ਕੰਮ ਤੇ ਜਾਂਦੇ ਸਨ, ਕੋਈ ਡਰ ਰਹਿੰਦਾ ਸੀ ਅੰਦਰ? हाँ जी, डर रहता सी, बम ब्लास्ट वगैरह सरेआम उनको मारना, ये हमें डर लग रहा है वहाँ पर अफ़गानिस्तान में। यहाँ पर हमारे सब सेफ़ लग रहा है हमें। ਤੇ ਤੁਹਾਨੂੰ ਆਪਣੇ ਤੌਰ ਤੇ ਬਾਜ਼ਾਰ ਜਾਣ ਲਈ, ਕਿਸੇ ਹੋਰ ਕੰਮ ਜਾਣ ਲਈ, ਚਾਹੇ ਗੁਰਦੁਆਰਾ ਸਾਹਿਬ ਜਾਣ ਲਈ ਕੋਈ ਖੌਫ ਰਹਿੰਦਾ ਸੀ ਰਾਹ ਦੇ ਵਿੱਚ? जी नहीं। ਨਹੀਂ ਉੱਥੇ? हाँ जी, वहाँ पर तो ज़्यादा खौफ सी, हम अकेले नहीं जानते सी, ताकि हमारे साथ हमारे हस्बैंड या कोई और जेंट्स वगैरह नहीं सी। हम अकेले किधर भी नहीं जानते सी वहाँ पर अफ़गानिस्तान में। ये ਇਹ ਫਰਕ ਆਇਆ। हाँ जी, ये ਹੁਣ फ़र्क। ਇੱਥੇ ਕੋਈ ਪਰੇਸ਼ਾਨੀ ਹੋਵੇ, ਅਸੀਂ ਤੁਹਾਡੀਆਂ ਪਰੇਸ਼ਾਨੀਆਂ ਦੀ ਗੱਲਾਂ ਵੀ ਕਰਨ ਆਏ ਆ, ਚਾਹੇ ਜ਼ਿੰਦਗੀ ਕੁਛ ਬਦਲੀ ਆ, ਤੇ ਹੁਣ ਇੱਥੇ ਕੁਛ ਪਰੇਸ਼ਾਨੀ ਜਿਹੜੀ ਆਉਂਦੀ ਹੋਵੇ ਤੁਸੀਂ ਉਹ ਜ਼ਰੂਰ ਦੱਸ ਸਕਦੇ ਹੋ, ਸਾਡੇ ਰਾਹੀਂ ਦੱਸੋ। यहाँ पर और हमारी कोई परेशानी नहीं है, बस परेशानी है हमारे जेंट्स जो हैं, हमारे हस्बैंड वगैरह, उनके काम कार की दिक्कत है, और कोई टेंशन नहीं है। ਉਹ ਦਿੱਕਤ ਕਿਵੇਂ ਹੈ? कैसे है वो दिक्कत? वो अपने शॉप पे तो जा रहे हैं, लेकिन उनका काम वाम नहीं है वगैरह, जाते हैं और ਕਿਸੇ ਦੀ ਸ਼ਾਪ ਤੇ ਜਾਂਦੇ ਆ? नहीं, आड़े शॉप पे जाते हैं। अपना ही काम शुरू किया सी, टैंग रोड पे टी शर्ट वगैरह बेचते हैं। ਅੱਛਾ। ਕੀ ਉਹ ਅਜੇ ਕੰਮ ਚੱਲਿਆ ਨਹੀਂ ਸਹੀ ਤਰ੍ਹਾਂ? जी नहीं, कम नहीं चलता सी, उल्टा अपनी जेब तो किराया वगैरह भर दे। ਉਹ ਕਰੋਨਾ ਦੇ ਕਰਕੇ ਵੀ ਹੋ ਸਕਦਾ? हाँ जी, कोरोना के बगैर भी हो सकता है, जो किसाना दा वो है उनके जैसे भी हो सकता है। ਵੀ ਪਹਿਲਾਂ ਵਰਗੀ ਉਨੀ ਉਹਨਾਂ ਰਸ਼ ਨਹੀਂਗਾ? जी, रश नहीं, कम कार की दिक्कत है, और कोई टेंशन नहीं है हमारे। गुरुद्वारे की जो दलीप सिंह सेठी हमारे साथ हेल्प कर रहे हैं, उनका भी धन्यवाद।
हमारी तरफ से, क्योंकि थोड़ा बहुत कर लेते वो भी हमारे लिए बहुत है। ਹੋਰ ਕਿਸ ਨੇ ਮਦਦ ਕੀਤੀ ਆ ਹੁਣ ਤੱਕ ਪਹਿਲੇ ਦਿਨ ਤੋਂ ਲੈ ਕੇ? ਕੋਈ ਪਾਸਪੋਰਟ ਵੀ ਬਣਾ ਕੇ ਦਿੱਤੇ, ਇੱਕ ਜਥੇਬੰਦੀ ਨੇ ਯੂਨਾਈਟਿਡ ਸਿਕਸ ਨੇ ਬਣਾ ਕੇ ਦਿੱਤੇ, ਕਿਸੇ ਨੇ ਟਿਕਟ ਵੀ ਕਰਵਾ ਕੇ ਦਿੱਤੀ, ਫਿਰ ਇੱਥੇ ਗੁਰਦੁਆਰਾ ਸਾਹਿਬ 'ਚ ਵੀ ਇਸ ਤਰ੍ਹਾਂ ਹੋਰ ਰੂਟੀਨ ਦੇ ਵਿੱਚ ਕੋਈ ਮਦਦ ਕਰਦਾ? हाँ जी, हाँ, यूनाइटेड सिक्स की तरफ से जो दीदी मंजीत कौर है वो हमारे साथ, डॉक्टर्स वगैरह जो भी प्रॉब्लम होती है, टेस्ट हमारे कराने होते हैं, तो वो हमारे साथ हेल्प कर लेती है यूनाइटेड सिक्स की तरफ से। ਉਹ ਤੁਹਾਨੂੰ ਬਕਾਇਦਾ ਪੁੱਛਦੇ ਰਹਿੰਦੇ ਆ ਹਾਲ ਚਾਲ ਜਾਂ ਕਿੱਦਾਂ? ਆਪ ਤੁਹਾਡਾ ਹਾਲ ਪੁੱਛਦੇ ਰਹਿੰਦੇ ਆ? हाँ जी, हाँ, फ़ोन करके हमारा हाल चाल पूछ लेते हैं, जो भी हमारे बच्चों की दिक्कत होती है, प्रेगनेंसी की जो भी है। ਤੇ ਇੱਕ ਗੱਲ ਹੋ ਰਿਹਾ ਕਿ ਜਦੋਂ ਤੁਸੀਂ ਬਗਾਨੇ ਸ਼ਹਿਰ ਚ ਆਏ ਹੋ, ਇਹ ਜਲਾਲਾਬਾਦ ਨਹੀਂ ਗਾ, ਇਹ ਕਾਬੁਲ ਨਹੀਂ ਗਾ, ਇਹ ਗਜ਼ਨੀ ਨਹੀਂ ਗਾ, ਇਹ ਦਿੱਲੀ ਹੈ जी ਜਦੋਂ ਤੁਰੇ ਸੀ ਉਦੋਂ ਮਨ ਦੇ ਵਿੱਚ ਇਦਾਂ ਆਉਂਦਾ ਹੀ ਹੋਵੇਗਾ ਕਿ ਨਵੀਂ ਥਾਂ ਤੇ ਚੱਲੇ ਆ, ਕੋਈ ਪਰੇਸ਼ਾਨੀਆਂ ਹੋਰ ਵੀ ਜ਼ਿਆਦਾ ਹੋ ਸਕਦੀਆਂ, ਤੇ ਉਹ ਅੱਗੇ ਨਾਲੋਂ ਉਹ ਚੰਗਾ ਲੱਗਦਾ ਕਿ ਕੋਈ ਤਾਂ ਬਾਂਹ ਫੜਦਾ ਪਿਆ ਇਸ ਚੀਜ਼ ਲਈ? हाँ हाँ जी, बहुत तो परेशानी तो होती है, आगे सुबह क्या होगा कि जब हम उठेंगे, लेकिन फिर कोई ना कोई हमारी हेल्प कर लेता है, तो बस कोई परेशानी नहीं है। ਇੱਕ ਗੱਲ ਉਂਝ ਪੁੱਛਣਾ ਚਾਹੁੰਦਾ ਕਿ ਬੇਸ਼ੱਕ ਮਦਦ ਕਰ ਰਹੇ ਆ, जी ਚਾਹੇ ਸਰਦਾਰ ਸੇਠੀ ਦੀ ਗੱਲ ਕਹੀ ਜਾਂ ਯੂਨਾਈਟਿਡ ਸਿਕਸ ਦੀ ਗੱਲ ਕਹੀ, जी ਤੇ ਤੁਸੀਂ ਸਿੱਖ ਵਜੋਂ, ਇੱਕ ਸਿੱਖ ਦਾ ਸੁਭਾਅ ਵੀ ਆ, ਸਿੱਖ ਐ ਸੋਚਦਾ ਕਿ ਅਕਾਲ ਪੁਰਖ ਮੇਰੀ ਸਿੱਧੀ ਆਪ ਮਦਦ ਕਰੇ। ਤੁਸੀਂ ਮਨ 'ਚ ਇਦਾਂ ਵੀ ਆਉਂਦਾ ਕਿ ਇੱਕ ਸਮਾਜ ਸਾਨੂੰ ਮਦਦ ਦੀ ਲੋੜ ਹੀ ਨਾ ਪਵੇ, ਅਸੀਂ ਹੋਰਾਂ ਦੀ ਮਦਦ ਕਰ ਸਕੀਏ? हाँ जी, हाँ, आंदा है, क्यों नहीं आंदा है। हम सिक्स जो है ना, उन पे वाहिगुरु की मेहर होती है हमेशा, इसलिए तो हम अफ़गानिस्तान से या दिल्ली के शहर में आए हैं। अगर दलीप सिंह सेठी हमारे साथ हेल्प कर रहे हैं तो ये वाहिगुरु की भी हम पे बहुत बड़ी मेहर है। ਉਹਨਾਂ ਦੀ ਡਿਊਟੀ ਲਾਈ ਹੋਈ। हाँ जी। ਤੇ ਉੱਥੇ ਅਫਗਾਨਿਸਤਾਨ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਵੱਲੋਂ ਕਿਵੇਂ ਚੱਲਦਾ ਸੀ? ਬੱਚੀਆਂ ਦੀ ਜੋ ਡਾਟਰਸ ਨੇ, ਕੁੜੀਆਂ ਦੀ ਪੜ੍ਹਾਈ ਵੱਲੋਂ ਬੱਚਿਆਂ ਦੀ? वहाँ पर हमारे कोई स्कूल वगैरह हम अपनी बेटियों को नहीं भेज सकते थे, डर ज़्यादा सी, स्पेशली जो जवान यंग बेटियां हैं हमारी, उनको तो बिल्कुल बाहर जाने पे हम नहीं भेज सकते थे। हाँ, वहाँ पर हमारी बच्चों की कोई पढ़ाई वगैरह नहीं सी। ਫਿਰ ਜਿੰਨੀ ਕੁ ਤਾਲੀਮ ਹਾਸਲ ਕੀਤੀ, ਤੁਸੀਂ ਵੀ ਸੋਹਣੀ ਗੱਲ ਕਰ ਰਹੇ ਹੋ, ਤੇ ਇਹ ਕੁਛ ਫਿਰ ਜਿਹੜਾ ਵਾ, ਜਿਹੜੇ ਅੱਖਰਾਂ ਦਾ ਗਿਆਨ, ਕੋਈ ਬੋਲੀ ਸਿੱਖਣੀ, ਬੋਲਣੀ ਤਾਂ ਘਰ ਚੋਂ ਆ ਜਾਂਦੀ ਹੈ, ਕੋਈ ਲਿਖਣੀ, ਉਹ ਚੀਜ਼ਾਂ ਸਿੱਖੀਆਂ? हाँ, वो चीज़ें सीखी है, लेकिन पाकिस्तान पेशावर में जो हमने थोड़ा बहुत किया है वो गुरमुखी पढ़ाई, हाँ, और इंग्लिश वगैरह हमने इतना ज़्यादा नहीं किया, क्योंकि वहाँ पर पेशावर में भी जो है ना, वो वहाँ पर भी प्रॉब्लम हो रही थी हमें। पेशावर ਤੁਸੀਂ ਰਹੇ ਹੋ ਪਹਿਲਾਂ? हाँ जी, हमारी जो पैदाइश है वो पेशावर की है जी। ਤੇ ਹੁਣ ਆਖਰ ਚ ਤਾਂ ਤੁਸੀਂ ਜਲਾਲਾਬਾਦ ਸੀ ਨਾ? फिर जो हमारी शादी हो गई तो हम अफ़गानिस्तान आ गए। ਅੱਛਾ, ਤੁਸੀਂ ਉਂਝ ਪੇਸ਼ਾਵਰੀ ਸਿੱਖ ਹੋ? जी, हम पेशावरी से ਪੇਸ਼ਾਵਰ ਤੋਂ ਉੱਥੇ ਵਿਆਹੇ ਗਏ ਤੁਸੀਂ, अफ़गानिस्तान में आए गए। ਤੇ ਪੇਸ਼ਾਵਰ ਦੇ ਵਿੱਚ ਵੀ ਇਹ ਮੁਸ਼ਕਲਾਂ ਆ ਰਹੀਆਂ ਨੇ ਤਾਲੀਮ ਦੀਆਂ? जी जी, वहाँ पर भी आंधी सी, डर डर के जाना, और ज़रा सी मतलब एक 12-13 साल की हो जाए लड़की, फिर उनको घर में बिठा दिया जाता था कि अब जो आप यंग हो गए हो, बाहर जाना उनको मना था। वहाँ पर भी मुस्लिम थे, मुसलमानों की धरती है, अब चाहे पाकिस्तान हो या अफ़गानिस्तान हो, मुसलमानों की धरती। ਅੱਛਾ, ਇੱਕ ਸਵਾਲ ਕਰਨਾ ਹੋਵੇ ਕਿ ਪੇਸ਼ਾਵਰ ਦੇ ਵਿੱਚ ਤੇ ਪਰੇਸ਼ਾਨੀਆਂ ਆਉਂਦੀਆਂ ਸੀ, जी, ਜਲਾਲਾਬਾਦ ਦੇ ਵਿੱਚ ਵੀ ਆਉਂਦੀਆਂ ਸੀ, ਜ਼ਿਆਦਾ ਮੁਸ਼ਕਲਾਂ ਕਿੱਥੇ ਸੀ? ज़्यादा मुश्किल हमारे अफ़गानिस्तान में थे। वहाँ पर बम ब्लास्ट होते थे, शहीदी हो जाती थी। हम अफगानिस्तान और जलालाबाद और गजनी एक ही शहर है, और सिर्फ नाम पे याद होता है कि अफगानिस्तान है ना, इसलिए ये तो एक ही शहर में है ना। ਜੀ, हाँ जी, ये बात है। और पेशावर दा शहर अलग है और अफगानिस्तान अलग है ना। ਹਾਂਜੀ, ਉਹ ਮੈਂ ਸਮਝਦਾ, ਤੇ ਮੈਂ ਪਰੇਸ਼ਾਨੀ ਦੀ ਗੱਲ ਕਰਦਾ, ਉਹ ਕਹਿੰਦੇ ਕਿ ਪਰੇਸ਼ਾਨੀਆਂ ਜਿਹੜੀਆਂ ਅਫਗਾਨਿਸਤਾਨ 'ਚ ਉਹਨਾਂ ਨੂੰ ਜ਼ਿਆਦਾ ਹੋਈਆਂ, हाँ जी, ਪੇਸ਼ਾਵਰ ਤੋਂ ਵੀ। हाँ जी, ये बात तो ਤੇ है। ਤੁਸੀਂ ਹੁਣ ਇੱਥੇ ਦਿੱਲੀ ਆਏ ਹੋ, जी हाँ ਹੁਣ ਇੱਥੇ ਪੜ੍ਹਨਾ ਚਾਹੋਗੇ? हाँ, ਅਸੀਂ ਪੜ੍ਹਨਾ ਚਾਹੁੰਦੇ ਹਾਂ, ਲੇਕਿਨ ਅਸੀਂ ਹਾਲਾ ਅਸੀਂ ਆੜੇ ਪੜ੍ਹਨੇ 'ਚ ਨਹੀਂ ਆ। ਸਾਡੇ ਬੱਚੇ ਪੜ੍ਹੇ ਜਾਣ, ਇਹ ਸਾਡੇ ਬਹੁਤ ਹੈ। ਤੁਸੀਂ ਪੜੋਗੇ ਫਿਰ ਖੁਦ ਵੀ ਬੱਚਿਆਂ ਨੂੰ ਪੜ੍ਹਾ ਸਕੋਗੇ, ਇਹ ਵੀ ਹੈ। हाँ, ये भी है, पढ़ना तो चाहते हैं, दिल तो मांगता है कि पढ़े। ਕਿਸੇ ਨੇ ਤੁਹਾਡੇ ਨਾਲ ਇਦਾਂ ਗੱਲ ਕੀਤੀ ਕਿ ਅਸੀਂ ਤੁਹਾਨੂੰ ਪੜਾਉਣ ਦੀ ਟਰਾਈ ਕਰਦੇ ਹਾਂ?
हाँ जी, हाँ, जो गुरु अर्जन देव जी में प्रिंसिपल है, उन्होंने कहा था कि आप भी पढ़ना चाहते हो तो आपको भी हम ट्यूशन लगा लेते हैं, आप भी ट्यूशन पढ़ लिया करो। लेकिन नहीं होता है, हमारे छोटे छोटे बच्चे हैं, घर का काम हो जाता है, मुश्किल हो जाती है। ठीक है जी, ਗੱਲਬਾਤ ਕਰਨ ਲਈ ਤੁਹਾਡਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗੱਲਬਾਤ ਦੋ ਭੈਣ ਜੀ ਹੁਣਾਂ ਨਾਲ ਆਪਾਂ ਕਰ ਰਹੇ ਸਨ, ਉਹਨਾਂ ਨੇ ਵਾਰ-ਵਾਰ ਨਾਮ ਲਿਆ ਕਿ ਭੈਣ ਜੀ ਮਨਜੀਤ ਕੌਰ ਸਾਡੀ ਮਦਦ ਕਰ ਰਹੇ ਆ ਜਾਂ ਸਾਡਾ ਹਾਲ ਚਾਲ ਪੁੱਛਦੇ ਆ। ਭੈਣ ਜੀ ਮਨਜੀਤ ਕੌਰ ਇਸ ਵੇਲੇ ਮੇਰੇ ਨਾਲ ਨੇ, ਜਿਹੜੇ ਯੂਨਾਈਟਿਡ ਸਿੱਖਸ ਦੇ ਨਾਲ ਜੁੜੇ ਹੋਏ ਆ, ਅਤੇ ਉਹ ਮੈਨੂੰ ਇਸ ਪਰਿਵਾਰ ਦੇ ਕੋਲ ਲੈ ਕੇ ਆਏ ਸਨ ਕਿ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ। ਸੋ ਮੈਂ ਗੱਲਬਾਤ ਦੇ ਵਿੱਚ ਉਹਨਾਂ ਨੂੰ ਸੱਦਾ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਜਿਵੇਂ ਭੈਣ ਜੀ ਹੁਣਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਸੰਪਰਕ 'ਚ ਰਹਿੰਦੇ ਹੋ, ਅਤੇ ਯੂਨਾਈਟਿਡ ਸਿੱਖਸ ਵੱਲੋਂ ਕੀ ਸੇਵਾਵਾਂ ਉਹਨਾਂ ਤੱਕ ਪ੍ਰੋਵਾਈਡ ਕਰਾ ਰਹੇ ਹੋ ਇਸ ਪਰਿਵਾਰ ਨੂੰ? ਹਾਂਜੀ, ਇਹਨਾਂ ਨੂੰ ਸਭ ਤੋਂ ਪਹਿਲੇ ਮੈਡੀਕਲ ਦੀ ਜ਼ਰੂਰਤ ਸੀਗੀ ਕਈ ਫੈਮਲੀਆਂ ਨੂੰ, ਅਤੇ ਇਹ ਕੁਛ ਡਿਲੀਵਰੀ ਕੇਸ ਸੀਗੇ, ਅਤੇ ਤੇਜਿੰਦਰ ਕੌਰ ਭੈਣ ਜੀ ਮੇਰੇ ਕੋਲ ਆਏ ਸੀਗੇ, ਅਤੇ ਉਹਨਾਂ ਨੇ ਕਿਹਾ ਸੀ ਵੀ ਇੱਦਾਂ ਇੱਦਾਂ ਵੀ ਸਾਨੂੰ ਇੱਥੇ ਨਾ ਕਿਸੇ ਹੌਸਪੀਟਲ ਦਾ ਪਤਾ ਨਾ ਕੁਛ ਪਤਾ, ਕਿਉਂਕਿ ਅਸੀਂ ਇੱਥੇ ਨਵੇਂ ਆਏ ਹੋਏ ਹਾਂ, ਅਤੇ ਸਾਡੀ ਹੈਲਪ ਕੀਤੀ ਜਾਵੇ। ਅਤੇ ਫਿਰ ਇਹ ਮੇਰੇ ਕੋਲ ਆਏ ਸੀਗੇ, ਅਤੇ ਫਿਰ ਸਾਡੇ ਇੱਥੇ ਕੁਛ ਗੌਰਮੈਂਟ ਹੌਸਪੀਟਲ ਨੇ, ਅਤੇ ਇਹਨਾਂ ਨੂੰ ਮੈਂ ਨਾਲ ਲਿਜਾ ਕੇ ਉੱਥੇ ਇਹਨਾਂ ਦਾ ਰਜਿਸਟਰਡ ਨਾਮ ਕਰਵਾ ਕੇ ਅਤੇ ਇਹਨਾਂ ਦਾ ਹੌਸਪੀਟਲ ਵਿੱਚ ਐਡਮਿਸ਼ਨ ਕਰਵਾਤਾ ਡਿਲੀਵਰੀ ਕੇਸ ਦੇ ਲਈ। ਔਰ ਇੱਕ ਕੇਸ ਇੱਦਾਂ ਹੈ ਤੇਜਿੰਦਰ ਜੀ ਬਲਜੀਤ ਜੀ ਦਾ, ਜਿਨ੍ਹਾਂ ਦੀ ਮੈਂ ਡਿਲੀਵਰੀ ਕੇਸ ਲਈ ਉਹਨਾਂ ਦਾ ਹੌਸਪੀਟਲ 'ਚ ਨਾਮ ਲਿਖਵਾਇਆ ਸੀ, ਅਤੇ ਉਹਨਾਂ ਦੀ ਹੁਣ 2.5 ਮਹੀਨੇ ਦੀ ਬੇਬੀ ਹੋ ਗਈ ਹੈ, ਬੇਬੀ ਗਰਲ ਹੋਈ ਹੈ। ਅਤੇ ਇੱਕ ਹੁਣ ਦੂਸਰਾ ਕੇਸ ਵੀ ਆਇਆ ਮੇਰੇ ਕੋਲ, ਅਤੇ ਉਹ ਵੀ ਮੈਂ ਉੱਥੇ ਸਰਕਾਰੀ ਹੌਸਪੀਟਲ 'ਚ ਨਾਮ ਲਿਖਵਾਇਆ। ਔਰ ਇੱਕ ਕੇਸ ਹੋਰ ਆਇਆ ਮੇਰੇ ਕੋਲ, ਅਤੇ ਉਹਨਾਂ ਦਾ ਵੀ ਨਾਮ ਮੈਂ ਡਿਲੀਵਰੀ ਕੇਸ ਦਾ ਉੱਥੇ ਲਿਖਵਾਇਆ। ਉਹਨਾਂ ਦੀ ਵੀ ਸ਼ਾਇਦ ਇਸੇ ਹਫ਼ਤੇ ਉਹਨਾਂ ਦੇ ਵੀ ਡਿਲੀਵਰੀ ਕੇਸ ਹੋ ਜਾਏਗਾ। ਜਿਵੇਂ ਇਹ ਅਫਗਾਨਿਸਤਾਨ ਤੋਂ ਸਿੱਖ ਆਏ ਆ, ਅਤੇ ਉਹਨਾਂ ਨੂੰ ਕੋਈ ਦਸਤਾਵੇਜ਼ਾਂ ਦੇ ਰੂਪ ਦੇ ਵਿੱਚ ਵੀ ਡਾਕੂਮੈਂਟਸ ਨਾ ਹੋਣੇ ਉਹਨਾਂ ਕੋਲ, ਜੇ ਬਣੇ ਤਾਂ ਨਹੀਂ ਹੋਣੇ, ਅਤੇ ਉਹਨਾਂ ਦੀ ਪਰੇਸ਼ਾਨੀ ਆ ਰਹੀ ਉਹਨਾਂ ਨੂੰ? ਹਾਂਜੀ, ਪਰੇਸ਼ਾਨੀ ਤਾਂ ਆ ਰਹੀ ਹੈ, ਲੇਕਿਨ ਮੈਂ ਗੌਰਮੈਂਟ ਹੌਸਪੀਟਲ 'ਚ ਕੁਛ ਮੈਂ ਉੱਧਰ ਦੀ ਸਾਡੇ ਜਿਵੇਂ ਇੱਥੇ ਦੇ ਗੁਰੂ ਗੋਬਿੰਦ ਸਿੰਘ ਹੌਸਪੀਟਲ ਹੈ ਸਾਡੇ MLA ਵੱਲੋਂ, ਮੈਂ ਉੱਥੇ ਦੀ ਮੈਂਬਰ ਚੁਣੀ ਗਈ ਹਾਂ, ਅਤੇ ਮੈਂ ਜਾ ਕੇ ਪਰਸਨਲੀ ਡਾਕਟਰਾਂ ਨਾਲ ਗੱਲ ਕੀਤੀ ਬਈ ਐਵੇਂ ਦੇ ਰਿਫਿਊਜੀ ਜਿਹੜੇ ਅਫਗਾਨ ਦੇ ਨੇ, ਉਹਨਾਂ ਕੋਲ ਸਿਰਫ ਪਾਸਪੋਰਟ ਹੈ, ਆਧਾਰ ਕਾਰਡ ਨਹੀਂ ਹੈਗਾ, ਅਤੇ ਉਹਨਾਂ ਦੇ ਟ੍ਰੀਟਮੈਂਟ ਲਈ ਕੁਛ ਕੀਤਾ ਜਾਏ, ਕਿਉਂਕਿ ਉਹ ਜ਼ਰੂਰੀ ਹੈ, ਕਿਉਂਕਿ ਬਹੁਤ ਦਿੱਕਤ ਆਈ ਹੋਈ ਹੈ ਉਹਨਾਂ ਨੂੰ। ਜਿੰਨੇ ਵੀ ਅਫਗਾਨ ਤੋਂ ਜਿੰਨੇ ਵੀ ਮੈਂਬਰ ਆਏ ਨੇ ਉੱਥੇ ਦੇ ਰਿਫਿਊਜੀ, ਤਕਰੀਬਨ ਉਹਨਾਂ ਨੂੰ ਕੋਈ ਨਾ ਕੋਈ ਦਿੱਕਤ ਹੈ ਹੀ ਹੈ। ਫੈਮਿਲੀ 'ਚ ਤਕਰੀਬਨ ਸਾਰਿਆਂ ਨੂੰ, ਮੈਂ ਕਹਾਂ ਇੱਕ ਅੱਧੇ ਬੰਦੇ ਨੂੰ ਪ੍ਰੋਪਰ ਸਾਰਿਆਂ ਨੂੰ ਕੋਈ ਨਾ ਕੋਈ ਦਿੱਕਤ ਹੈਗੀ ਹੈ। ਅਤੇ ਉਹਨਾਂ ਨੇ ਫਿਰ ਕੁਛ ਐਵੇਂ ਦੇ ਅਲਟਰਾਸਾਊਂਡ ਸੀਗੇ ਜੋ ਉਹਨਾਂ ਦੇ ਪਾਸਪੋਰਟ ਦੀ ਫੋਟੋਕਾਪੀ ਲੈ ਕੇ, ਅਤੇ ਉਹਨਾਂ ਨੇ ਰੈਫਰ ਕੀਤਾ ਸੀਗਾ ਸਾਡੇ ਇੱਥੇ ਪ੍ਰਾਈਵੇਟ ਤਿਲਕ ਨਗਰ ਸਿਟੀ ਹੌਸਪੀਟਲ ਹੈ, ਸਿਟੀ ਇਮੇਜ, ਉੱਥੇ ਉਹਨਾਂ ਦੇ ਮੈਂ ਟੈਸਟ ਕਰਵਾਏ ਸੀਗੇ ਫ੍ਰੀ ਆਫ ਕਾਸਟ। ਦੱਸ ਦਈਏ ਕਿ ਜਿਵੇਂ ਕਿ ਜਦੋਂ ਕੋਈ ਧੀਆਂ ਭੈਣਾਂ ਨੂੰ ਕੋਈ ਪ੍ਰੈਗਨੈਂਸੀ ਦੀ ਗੱਲ ਹੋਵੇ ਤਾਂ ਉਹਨਾਂ ਦੇ ਨਾਲ ਮਦਦ ਲਈ ਸਿਰਫ ਬੀਬੀ ਜਾ ਸਕਦੀ ਆ, ਇਹ ਬੰਦਿਆਂ ਦਾ ਕੰਮ ਨਹੀਂ, ਅਤੇ ਇਹ ਚੰਗੀ ਚੋਣ ਆ ਕਿ ਯੂਨਾਈਟਿਡ ਸਿੱਖਸ ਵਾਲਿਆਂ ਨੇ ਇੱਥੇ ਦਿੱਲੀ ਦੇ ਵਿੱਚ ਬੀਬੀ ਜੀ ਹੁਣਾਂ ਨੂੰ ਕੰਮ ਸੌਂਪਿਆ ਹੋਇਆ, ਅਤੇ ਇਹ ਇਹਨਾਂ ਬੀਬੀਆਂ ਦਾ ਸਾਥ ਦੇ ਰਹੇ ਆ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਆ। ਅਤੇ ਤੁਸੀਂ ਆਪ ਵੀ ਹੋਰਾਂ ਤੱਕ ਇਹ ਸੱਦਾ ਦਿੰਦੇ ਹੋ ਕਿ ਚਾਹੇ ਸਾਰੇ 400 ਇਨਸਾਨ ਕੁੱਲ ਆਏ ਹੋਏ ਆ, ਵਿੱਚ ਕੁਝ ਬੀਬੀਆਂ ਕੁਝ ਬੰਦੇ ਨੇ, ਬੱਚੇ ਵੀ ਨੇ, ਅਤੇ ਤਕਰੀਬਨ 80 ਦੇ ਕਰੀਬ ਪਰਿਵਾਰ ਉੱਥੋਂ ਆਏ ਹੋਏ ਆ, ਅਤੇ ਤੁਸੀਂ ਸਾਰਿਆਂ ਨੂੰ ਸੱਦਾ ਦਿੰਦੇ ਹੋ ਮੈਡੀਕਲ ਟਰੀਟਮੈਂਟ ਲਈ? ਹਾਂਜੀ, ਸਾਰਿਆਂ ਨੂੰ ਸੱਦਾ ਨੇ। ਪਿੱਛੇ ਦਲਜੀਤ ਸਿੰਘ ਅੰਕਲ ਸੀਗੇ, ਹੁਣ ਤਾਂ ਖੈਰ ਉਹ ਐਕਸਪਾਇਰ ਹੋ ਗਏ ਨੇ, ਅਤੇ ਉਹਨਾਂ ਦਾ ਕੁਝ ਟਰੀਟਮੈਂਟ ਸੀਗਾ ਦੀਨ ਦਿਆਲ ਹੌਸਪੀਟਲ ਵਿੱਚ ਮੈਂ ਉਹਨਾਂ ਨੂੰ ਲੈ ਕੇ ਗਈ ਸੀ, ਕਿਉਂਕਿ ਕੁਆਰੰਟਾਈਨ ਦਾ ਟਾਈਮ ਹੈ, ਅੰਦਰ ਸਿਰਫ ਇੱਕ ਪਰਸਨ ਨੂੰ ਜਾਣ ਦਿੰਦੇ ਨੇ ਨਾਲ। ਕੁਛ ਉਹਨਾਂ ਦੇ ਐਵੇਂ ਦੇ ਟੈਸਟ ਸੀਗੇ ਅੰਦਰ ਕਿ ਉਹਨਾਂ ਦੇ ਮੈਨੂੰ ਕੱਪੜੇ ਵੀ ਮਤਲਬ ਥੋੜ੍ਹੇ ਉਤਾਰਨੇ ਪੈਣੇ ਜਾਂ ਕੁਛ, ਉਹ ਸਗੋਂ ਮੈਨੂੰ ਦਲੀਪ ਸਿੰਘ ਜੀ ਦੀ ਅੰਕਲ ਜੀ ਦੀ ਇੰਨੀ ਯਾਦ ਆਉਂਦੀ ਹੈ, ਮਤਲਬ ਹੁਣ ਉਹ ਨਹੀਂ ਰਹੇ, ਲੇਕਿਨ ਮੇਰੇ ਸਾਹਮਣੇ ਜੋ ਚੀਜ਼ ਹੋਈ ਹੈ ਮੈਂ ਹਜੇ ਵੀ ਫੀਲ ਕਰਦੀ ਹਾਂ ਕਿ ਉਹ ਇਸ ਦੁਨੀਆ 'ਚ ਨਹੀਂ ਰਹੇ। ਲੇਕਿਨ ਜਦੋਂ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਸੀਗਾ, ਅਤੇ ਉਸ ਟਾਈਮ ਕੁਛ ਕੱਪੜੇ ਉਤਾਰਨੇ ਪੈਂਦੇ, ਕੋਈ ECG ਹੋ ਰਿਹਾ, ਕੋਈ ਅਲਟਰਾਸਾਊਂਡ ਹੋ ਰਿਹਾ, ਅਤੇ ਉਹ ਮੈਨੂੰ ਹੱਥ ਨਹੀਂ ਲਾਉਣ ਦਿੰਦੇ ਸੀ ਕਿ ਨਹੀਂ ਪੁੱਤਰ ਵੀ ਤੂੰ ਨਹੀਂ ਹੈ ਕੱਪੜੇ, ਤੇਰਾ ਕੰਮ ਨਹੀਂ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਸੀ ਪਾਪਾ ਜੀ, ਦਲੀਪ ਸਿੰਘ ਜਿਹੜੇ ਸਨ ਉਹ ਸੇਵਾ ਕਰਦੇ ਸਨ ਕਿ ਅਫਗਾਨੀ ਸਿੱਖ ਸਨ? ਉਹ ਅਫਗਾਨੀ ਸਿੱਖ ਸੀਗੇ, ਉੱਥੇ ਦੇ ਪ੍ਰਧਾਨ ਸੀਗੇ, ਗੁਰਦੁਆਰਾ ਅਫਗਾਨਿਸਤਾਨ ਦਾ ਇੱਕ ਗੁਰਦੁਆਰਾ ਸੀਗਾ, ਉੱਥੇ ਦੇ ਉਹ ਪ੍ਰਧਾਨ ਸੀਗੇ। ਅਤੇ ਮੈਂ ਕਿਹਾ ਪਾਪਾ ਜੀ ਤੁਸੀਂ ਇਹ ਚੀਜ਼ ਨਾ ਸੋਚੋ ਕਿ ਮੈਂ ਤੁਹਾਡੇ ਨਾਲ ਵੀ ਇੰਨਾ ਕੁਛ ਕਰ ਰਹੀ ਹਾਂ, ਸੋਚੋ ਕਿ ਤੁਹਾਡੀ ਧੀ ਤੁਹਾਡੇ ਨਾਲ ਹੈ। ਹਾਂਜੀ, ਅਤੇ ਫਿਰ ਕਹਿੰਦੇ ਫਿਰ ਜਾਂਦੇ ਜਾਂਦੇ ਵੀ ਉਹਨਾਂ ਦਾ ਪੂਰਾ ਮੈਡੀਕਲੇਨ ਸਾਰਾ ਰਿਪੋਰਟਸ ਵਗੈਰਾ, ਮੈਂ ਤਾਂ ਇਸ ਚੀਜ਼ 'ਤੇ ਜ਼ਿਆਦਾ ਹੈਰਾਨ ਹਾਂ ਕਿ ਰਿਪੋਰਟਸ ਵਗੈਰਾ ਬਿਲਕੁਲ ਨੋਰਮਲ ਆਈਆਂ ਸੀ ਉਹਨਾਂ ਦੀਆਂ। ਜਦੋਂ ਮੈਂ ਉਹਨਾਂ ਨੂੰ ਆਟੋ ਤੋਂ ਬਿਠਾ ਰਹੀ ਸੀ ਵਾਪਸ ਦੀਨ ਦਿਆਲ ਤੋਂ ਉਹਨਾਂ ਦੇ ਘਰ ਵਾਸਤੇ, ਅਤੇ ਮੈਂ ਹੁਣ ਕਿੱਦਾਂ ਦੱਸਾਂ, ਉਹ ਆਸ਼ੀਰਵਾਦ ਦਿੰਦੇ ਨਹੀਂ ਚੁੱਕ ਰਹੇ ਸੀ ਕਿ ਵੀ ਇਹ ਧੀ ਜਿਹੜੀ ਮੇਰੇ ਨਾਲ ਅੰਦਰ ਗਈ ਨਾ, ਮੇਰੇ 4 ਪੁੱਤਰ ਗੇਟ ਦੇ ਬਾਹਰ ਬੈਠੇ ਨੇ, ਇਹਨਾਂ ਨੂੰ ਅੰਦਰ ਚਾਹੇ ਨਹੀਂ ਆਉਣ ਦਿੱਤਾ, ਲੇਕਿਨ ਇਸ ਧੀ ਨੇ ਮੈਨੂੰ ਅੰਦਰ
ਇਹ ਨਹੀਂ ਹੋਣ ਦਿੱਤਾ ਕਿ ਮੇਰੇ ਨਾਲ ਕੋਈ ਨਹੀਂ ਹੈਗਾ, ਤੇ ਇਹ ਸੇਵਾ ਮੈਂ ਕਰਦੀ ਹਾਂ ਤੇ ਇੱਕ ਜਿਹੜੀ ਅਪਣਾਤੇ ਆ ਹਾਂਜੀ ਹਾਂਜੀ। ਬਾਕੀ ਜਿਹੜੇ ਤੁਸੀਂ ਕਹਿ ਰਹੇ ਪੂਰੇ ਅਫਗਾਨ ਤੋਂ ਜਿੰਨੀ ਫੈਮਿਲੀ ਆਈ ਹੈ ਮੈਡੀਕਲੀ, ਮੈਂ ਉਹਨਾਂ ਨੂੰ ਖੁਦ ਬੋਲਦੀ ਹਾਂ, ਜਿਨ੍ਹਾਂ ਨੂੰ ਵੀ ਕਿਸੇ ਚੀਜ਼ ਦੀ ਵੀ ਮੈਡੀਕਲ ਦੀ ਲੋੜ ਪਏ, ਤੁਸੀਂ ਹਮੇਸ਼ਾ ਮੈਨੂੰ ਦਿਨ ਕਰੋ ਰਾਤ ਕਰੋ, ਜਦੋਂ ਮਰਜ਼ੀ ਕਾਲ ਕਰੋ ਤੁਸੀਂ ਮੈਨੂੰ, ਮੈਂ ਹਾਜ਼ਰ ਹਾਂ ਤੁਹਾਡੇ ਵਾਸਤੇ। ਕੀ ਹੈ ਤੁਹਾਡਾ ਜਿਹੜਾ ਮੈਸੇਜ ਆ ਯੂਨਾਈਟਿਡ ਸਿੱਖਸ ਵੱਲੋਂ ਕਿ ਇਹ ਸਾਰੀਆਂ ਫੈਮਲੀਆਂ 'ਚ ਕੋਈ ਵੀ ਇਨਸਾਨ ਆਣ ਕੇ ਤੁਹਾਡੇ ਕੋਲ ਮੈਡੀਕਲ ਹੈਲਪ ਲੈ ਸਕਦਾ, ਕੀ ਉਹਨਾਂ ਤੱਕ ਇਹ ਗੱਲ ਆਲਰੇਡੀ ਪਹੁੰਚੀ ਹੋਈ ਆ? ਹਾਂਜੀ ਪਹੁੰਚੀ ਹੋਈ ਹੈ, ਬਹੁਤ ਜ਼ਿਆਦਾ ਅੱਗੇ ਪਹੁੰਚੀ ਹੈ, ਸਗੋਂ ਮੈਨੂੰ ਵੀ ਨਹੀਂ ਪਤਾ ਇੰਨੀ ਗੱਲ ਅੱਗੇ ਪਹੁੰਚ ਚੁੱਕੀ ਹੈ, ਕਿਉਂਕਿ ਉਹਨਾਂ ਨੇ ਜਿਵੇਂ ਹੁਣ ਮੈਂ ਕਿਸੇ ਦਾ ਟ੍ਰੀਟਮੈਂਟ ਕਰਵਾ ਕੇ ਆਉਂਦੀ ਹਾਂ, ਕਿਉਂਕਿ ਇਹ ਫੈਮਲੀਆਂ ਨਾ ਅੰਦਰ ਹੀ ਅੰਦਰ ਮਿਲੀਆਂ ਹੋਈਆਂ ਨੇ, ਮਤਲਬ ਕਿ ਇੱਕ ਦੂਜੇ ਨੂੰ ਜਾਣਦੀਆਂ ਨੇ, ਤੇ ਉਹ ਮੇਰਾ ਸੁਨੇਹਾ ਅੱਗੇ ਪਹੁੰਚਾ ਦਿੰਦੇ ਨੇ। ਕੱਲ ਇੱਕ ਸਿੱਖ ਨੇ ਗੱਲ ਕੀ ਕਹਿੰਦੇ, ਸਾਡੇ ਪਰਿਵਾਰ ਇੰਜ ਨੇ ਜਿਵੇਂ ਮੰਜੇ ਦੇ ਵਿੱਚ ਵਾਹਣ ਹੁੰਦਾ। ਹਾਂਜੀ ਹਾਂਜੀ। ਤੇ ਕੱਲ ਇੱਕ ਆਏ ਸੀਗੇ ਹਰਵਿੰਦਰ ਸਿੰਘ ਜੀ, ਤੇ ਮੈਂ ਉਹਨਾਂ ਨੂੰ ਫਸਟ ਟਾਈਮ ਮਿਲੀ ਹਾਂ ਆਫਿਸ 'ਚ। ਹਾਂਜੀ ਭਾਈ ਹਰਿੰਦਰ ਸਿੰਘ ਜੀ, ਉਹਨਾਂ ਨੇ ਮੈਨੂੰ ਕਿਹਾ ਕਿ ਇਹੀ ਮਨਜੀਤ ਭੈਣ ਜੀ ਨੇ, ਤੇ ਇਹਨਾਂ ਬਾਰੇ ਅਸੀਂ ਸੁਣਿਆ ਕਿ ਇਹ ਬੜਾ ਮਤਲਬ ਮੈਡੀਕਲ ਦਾ ਹੋ ਗਿਆ, ਜਾਂ ਕੁਝ ਬੇਸਿਕ ਘਰ ਦੀਆਂ ਚੀਜ਼ਾਂ ਹੋ ਗਈਆਂ, ਕੁਝ ਹੋਇਆ, ਕੁਝ ਲੇਡੀਜ਼ ਐਸੀ ਪ੍ਰੋਬਲਮ ਹੁੰਦੀ ਹੈ ਸ਼ਾਇਦ ਜੋ ਸਾਡੇ ਜਿਹੜੇ ਡਾਇਰੈਕਟਰ ਪ੍ਰੀਤਮ ਵੀਰ ਜੀ ਹੋ ਗਿਆ, ਪ੍ਰਵਿੰਦਰ ਵੀਰ ਜੀ ਹੋ ਗਿਆ, ਉਹਨਾਂ ਨਾਲ ਕੋਈ ਲੇਡੀਜ਼ ਗੱਲ ਨਹੀਂ ਵੀ ਕਰ ਪਾਉਂਦੀ, ਤੇ ਉਹ ਮੇਰੇ ਨਾਲ ਆ ਕੇ ਖੁੱਲ੍ਹ ਕੇ ਗੱਲ ਕਰ ਜਾਂਦੀਆਂ ਨੇ ਭੈਣਾਂ ਵਾਂਗ। ਹਾਂਜੀ। ਬਾਕੀ ਇੱਕ ਇਹ ਜ਼ਰੂਰੀ ਨਹੀਂ ਕਿ ਇਹੀ ਫੈਮਲੀਆਂ, ਅਦਰ ਫੈਮਲੀਆਂ ਵੀ ਅਗਰ ਸਾਡੇ ਕੋਲ ਆਉਂਦੀਆਂ ਨੇ, ਅਸੀਂ ਉਹਨਾਂ ਦੀ ਵੀ ਹੈਲਪ ਕਰਦੇ ਹਾਂ। ਇੱਕ ਰਿਫਿਊਜੀ ਐਸੀ ਵੀ ਇੱਕ ਲੇਡੀਜ਼ ਆਈ ਹੈ, ਤੇ ਉਹ ਕੁਝ ਪਰਸਨਲੀ ਉਹਨੂੰ ਕੁਝ ਬੇਸਿਕ ਸਮਾਨ ਘਰ ਦਾ ਚਾਹੀਦਾ ਸੀਗਾ, ਕੁਝ ਉਹ ਪਰ ਅਲੱਗ ਤੋਂ ਹੀ ਇਹ ਫੈਮਿਲੀ ਸੀਗੀ, ਕੋਈ ਸਾਡੇ ਨਾਲ ਕੋਈ ਲਿੰਕ ਨਹੀਂ ਸੀ, ਕੁਝ नहीं, ਉਹਨੂੰ ਵੀ ਇੱਥੋਂ ਹੀ पता चला तो वो फिर साढ़े को लाई कि मैंने यूनाइटेड सिख का नाम सुना है ऐसे कि मैं भी मदद के लिए भी, मुझे भी ये चीज़ें कुछ चाहिए थी बेसिक सामान, ਤੇ ਅਸੀਂ ਮੈਂ ਉਹ ਭੈਣ ਜੀ ਨੂੰ ਵੀ ਕਿਹਾ ਸੀ ਮੋਸਟ ਵੈਲਕਮ, ਤੁਸੀਂ ਆਓ। ਇੱਕ ਗੱਲ ਹੋ ਰਿਹਾ ਕਿ 400 ਸਿੱਖ ਦੇ ਕਰੀਬ ਤਾਂ ਹੁਣ ਆਏ, ਜਦੋਂ ਅੱਜ ਦੇ ਦਿਨ 1 ਸਾਲ ਪਹਿਲਾਂ ਹਮਲਾ ਹੋਇਆ, 25 ਮਾਰਚ 2020 ਨੂੰ ਹਮਲਾ ਹੋਇਆ, ਤਾਂ ਜਿਹੜੇ ਸਿੱਖ ਸਨ ਉਹ ਤਾਂ ਉੱਜੜ ਕੇ ਆਏ ਹੀ ਆਏ, ਉਸ ਤੋਂ ਪਹਿਲਾਂ ਵੀ ਅਫਗਾਨਿਸਤਾਨ ਛੱਡ ਕੇ, ਤੇ ਕਾਫੀ ਸਿੱਖ ਇੱਥੇ ਵੱਸ ਰਹੇ ਆ, ਕਿ ਉਹ ਵੀ ਅਪਰੋਚ ਕਰਦੇ ਆ? ਹਾਂਜੀ ਉਹ ਵੀ ਅਪਰੋਚ ਕਰਦੇ ਨੇ, ਔਰ ਉਹ ਆਉਂਦੇ ਵੀ ਨੇ, ਤੇ ਉਹਨਾਂ ਦਾ ਵੀ ਮੈਡੀਕਲ ਦਾ ਕੁਝ ਐਵੇਂ ਦੀ ਮੈਡੀਸਿਨ ਹੋ ਗਿਆ, ਉਹਨਾਂ ਦਾ ਵੀ ਬਿਲਕੁਲ ਪ੍ਰੋਵਾਈਡ ਕਰਵਾਉਂਦੇ ਹਾਂ ਅਸੀਂ। ਇਹ ਜ਼ਰੂਰੀ ਨਹੀਂ ਹੈ ਕਿ ਇਹ ਜਿਹੜੀ ਫੈਮਲੀਆਂ ਹੁਣ ਆਈਆਂ ਨੇ ਅਸੀਂ ਉਹਨਾਂ ਦੀ ਹੀ ਮਦਦ ਕਰ ਰਹੇ ਹਾਂ, ਅਦਰ ਪਰਸੈਂਟ ਵੀ ਜੋ ਵੀ ਆਉਂਦੀਆਂ ਨੇ ਅਸੀਂ ਉਹਨਾਂ ਦੀ ਵੀ ਮਦਦ ਕਰ ਰਹੇ ਹਾਂ। ਸੋ ਮੈਂ ਤੁਹਾਡਾ ਸ਼ੁਕਰੀਆ ਕਰਦਾ ਜੀ ਇਸ ਕੰਮ ਦੇ ਲਈ। ਹਾਂਜੀ ਵੀਰ ਜੀ। ਸੋ ਇਹ ਗੱਲਬਾਤ ਜਿਹੜੀ ਆ ਬੀਬੀ ਮਨਜੀਤ ਕੌਰ ਹੋਣਾ ਨਾਲ ਕੀਤੀ, ਜਿਹੜੇ ਯੂਨਾਈਟਿਡ ਸਿੱਖ ਵੱਲੋਂ ਇੱਕ ਜ਼ਿੰਮੇਵਾਰੀ ਦਾ ਅਹੁਦਾ ਸਮਝਦੇ ਹੋਏ ਤੇ ਇਹਨਾਂ ਭੈਣਾਂ ਤੱਕ ਵੀ ਅਪਰੋਚ ਕਰ ਰਹੇ ਆ, ਤੇ ਜਿਹੜੀ ਕੋਈ ਮੈਡੀਕਲ ਹੈਲਪ ਹੁੰਦੀ ਆ, ਸਿਹਤ ਸੇਵਾਵਾਂ ਦੀ, ਉਹ ਵੀ ਪ੍ਰੋਵਾਈਡ ਕਰਾ ਰਹੇ ਆ, ਉਹ ਮੁਹੱਈਆ ਕਰਵਾ ਰਹੇ ਆ। ਸੋ ਇੱਥੇ ਸਿੱਖ 24 ਵੱਲੋਂ ਪਵਲਪ੍ਰੀਤ ਸਿੰਘ ਤੁਹਾਡੇ ਤੋਂ ਆਗਿਆ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।